ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਬਿਦ ਪਾਈਐ। ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਕਹੋ ਜਨ ਕਿਉ ਧਿਆਈਐ। ਨਿਰੰਕਾਰ ਨਿਰੰਜਨ ਹਰ ਅਗੰਮ, ਕਿਆ ਕਹਿ ਗੁਣ ਗਾਈਐ। ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਐ। ਗੁਰਪੂਰੈ ਵੇਖਾਲਿਆ, ਗੁਰ ਸੇਵਾ ਪਾਈਐ। ਗੁਰਪੂਰੈ ਵੇਖਾਲਿਆ, ਗੁਰ ਸੇਵਾ ਪਾਈਐ। ਰਾਰੈ ਰਵ ਰਹਿਆ ਸਭ ਅੰਤਰ, ਜੇਤੇ ਕੀਏ ਜਨਤਾ। ਜੰਤ ਉਪਾਏ ਧੰਦੈ ਸਭ ਲਾਏ, ਕਰਮ ਹੁਆ ਤਿਨ ਨਾਮ ਲਿਆ। ਜੰਤ ਉਪਾਏ ਧੰਦੈ ਸਭ ਲਾਏ, ਕਰਮ ਹੁਆ ਤਿਨ ਨਾਮ ਲਿਆ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਰੂਹਾਨੀਅਤ ਦੇ ਮੁਜੱਸਮੇ ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਹਿਰਮਤ ਸਦਕਾ ਪਾਵਨ ਹਜ਼ੂਰੀ ਵਿੱਚ ਸੱਜ ਕੇ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ। ਸਾਧ ਸੰਗਤ ਜਿੱਥੇ ਬੜੇ ਪਿਆਰ, ਬੜੇ ਟਿਕਾ ਦੇ ਨਾਲ, ਬੜੀ ਇਕਾਗਰਤਾ ਦੇ ਨਾਲ ਕੀਰਤਨ ਸਰਵਣ ਕੀਤਾ ਹੈ, ਉੱਥੇ ਕੁਝ ਕੁ ਸਮਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹੀ ਲਿਖੀ ਦੀ ਵਿਚਾਰ ਜਿਹੜੀ ਚੱਲ ਰਹੀ ਹੈ, ਉਸ ਵਿਚਾਰ ਲੜੀ ਦੇ ਵਿੱਚੋਂ ਅੱਜ ਦਾ ਪਾਵਨ ਬਚਨ ਰਾਰੈ ਰਵ ਰਹਿਆ ਸਭ ਅੰਤਰ, ਜੇਤੇ ਕੀਏ ਜਨਤਾ। ਜੰਤ ਉਪਾਏ ਧੰਦੈ ਸਭ ਲਾਏ, ਕਰਮ ਹੁਆ ਤਿਨ ਨਾਮ ਲਿਆ। ਇਹਨਾਂ ਪਾਵਨ ਬਚਨਾਂ ਦੀ ਵਿਚਾਰ ਦੇ ਵਿੱਚ ਵੀ ਹਾਜ਼ਰੀ ਲਵਾਉਣ ਦਾ ਯਤਨ ਕਰਨਾ ਹੈ। ਆਓ ਗੁਰੂ ਸਵਾਰਿਓ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝੁਕਾਈਏ ਸੀਸ। ਦਸਮ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇਨਸਾਨ ਨੂੰ ਜੋ ਨਜ਼ਰ ਆਉਂਦਾ ਇਹਨਾਂ ਦੁਨੀਆ ਦੇ ਵਿੱਚ, ਵੇਖੀ ਹੋਈ ਵਸਤੂ ਦੇ ਉੱਤੇ ਬੜੀ ਜਲਦੀ ਉਹ ਬਲੀਵ ਕਰਦਾ ਹੈ। ਕੋਈ ਵੀ ਚੀਜ਼, ਕੋਈ ਵੀ ਵਸਤੂ ਖਰੀਦਣੀ ਹੋਵੇ, ਇਨਸਾਨ ਸਭ ਤੋਂ ਪਹਿਲਾਂ ਦੇਖਦਾ ਹੈ। ਚਾਹੇ ਉਹ ਕਿਸੇ ਸਟੋਰ ਦੇ ਵਿੱਚ ਜਾ ਕੇ ਦੇਖੇ, ਚਾਹੇ ਆਨਲਾਈਨ ਹੀ ਕਿਉਂ ਨਹੀਂ ਖਰੀਦਦਾ ਪਿਆ, ਦੇਖੇਗਾ ਜ਼ਰੂਰ। ਜੋ ਦੇਖਦਾ ਹੈ ਉਹ ਖਰੀਦਦਾ ਹੈ। ਦੂਸਰੀ ਗੱਲ ਇਹ ਹੈ ਕਿ ਇਸ ਸੰਸਾਰ ਦੇ ਵਿੱਚ ਤੁਹਾਨੂੰ ਅਨੇਕਾਂ ਐਸੇ ਆਰਟਿਸਟ ਮਿਲਣਗੇ ਜਿਹੜੇ ਕਈ ਤਰ੍ਹਾਂ ਦੀਆਂ ਵਸਤੂਆਂ ਬਣਾਉਂਦੇ ਨੇ। ਕੋਈ ਸਕਲਪਚਰ ਹੈ, ਉਹ ਬਣਾਉਂਦਾ ਪਿਆ, ਮੂਰਤੀਆਂ ਬਣਾਉਂਦਾ ਪਿਆ ਹੈ।
ਕੋਈ ਘਰ ਬਣਾ ਰਿਹਾ ਹੈ, ਕੋਈ ਕੁਝ ਬਣਾ ਰਿਹਾ। ਕਈ ਤਰ੍ਹਾਂ ਦੇ ਤੁਹਾਨੂੰ ਆਰਟਿਸਟ ਇਸ ਦੁਨੀਆ ਦੇ ਵਿੱਚ ਮਿਲਣਗੇ, ਪਰ ਐਸਾ ਤੁਹਾਨੂੰ ਆਰਟਿਸਟ ਕਦੇ ਨਜ਼ਰ ਨਹੀਂ ਆਏਗਾ ਜਿਹੜਾ ਕੋਈ ਚੀਜ਼ ਬਣਾਵੇ, ਕੋਈ ਵਸਤੂ ਬਣਾਵੇ ਤੇ ਉਸ ਵਸਤੂ ਨੂੰ ਬਣਾਉਣ ਤੋਂ ਬਾਅਦ ਉਹਦੇ ਵਿੱਚ ਆਪ ਵੀ ਸਮਾ ਜਾਏ। ਐਸਾ ਨਹੀਂ ਕਿਤੇ ਮਿਲੇਗਾ। ਐਸਾ ਕੇਵਲ ਇੱਕ ਹੀ ਹੈ, ਜਿਹਦੇ ਬਾਰੇ ਆਪਾਂ ਮੂਲ ਮੰਤਰ ਦੇ ਵਿੱਚ ਹੀ ਪੜ੍ਹ ਲੈਂਦੇ ਹਾਂ ਨਾ। ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ। ਕਰਤਾ ਦਾ ਮਤਲਬ ਹੈ ਕ੍ਰੀਏਟਰ, ਬਣਾਉਣ ਵਾਲਾ, ਸਾਜਣ ਵਾਲਾ। ਤੇ ਜਿਹੜਾ ਪੁਰਖ ਹੈ ਨਾ, ਇਸ ਪੁਰਖ ਦਾ ਮਤਲਬ ਹੈ ਕਿ ਜਿਸ ਪ੍ਰਮਾਤਮਾ ਨੇ ਸਾਜਿਆ ਹੈ ਨਾ ਸਭ ਕੁਝ, ਜਿਸ ਨੇ ਸਭ ਕੁਝ ਪੈਦਾ ਕੀਤਾ ਹੈ, ਕ੍ਰੀਏਟ ਕੀਤਾ ਹੈ, ਉਹ ਕ੍ਰੀਏਟ ਕਰਨ ਤੋਂ ਬਾਅਦ ਕਿਸੇ ਵੱਖਰੀ ਥਾਂ ਤੇ ਜਾ ਕੇ ਬੈਠ ਨਹੀਂ ਗਿਆ। ਜਿਵੇਂ ਸ਼ੰਕਰਾਚਾਰੀਆ ਨੇ ਕਿਸੇ ਸਮੇਂ ਕਿਹਾ ਸੀ ਕਿ ਪ੍ਰਮਾਤਮਾ ਇੱਕ ਅਲੱਗ ਹਸਤੀ ਹੈ। ਅਲੱਗ ਹਸਤੀ ਦਾ ਮਤਲਬ ਹੈ ਕਿ ਉਹ ਪ੍ਰਮਾਤਮਾ ਬਿਲਕੁਲ ਅਲੱਗ ਹੈ, ਸੰਸਾਰ ਤੋਂ ਨਿਰਲੇਪ ਹੈ, ਉਹ ਵਿੱਚ ਨਹੀਂ ਆਉਂਦਾ। ਪਰ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਜੇ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਸਾਜਿਆ ਹੈ ਨਾ, ਤੇ ਸਾਜਣ ਤੋਂ ਬਾਅਦ ਉਹ ਕਿਤੇ ਵੱਖਰਾ ਜਾ ਕੇ ਕਿਸੇ ਟਿਕਾਣੇ ਦੇ ਉੱਤੇ ਬੈਠ ਨਹੀਂ ਗਿਆ, ਸਗੋਂ ਇਸ ਨੂੰ ਸਾਜਣ ਤੋਂ ਬਾਅਦ ਉਹ ਇਹਦੇ ਵਿੱਚ ਸਮਾ ਗਿਆ, ਇਹਦੇ ਵਿੱਚ ਵਸ ਗਿਆ। ਤੇ ਹੁਣ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਪ੍ਰਮਾਤਮਾ ਇਸ ਸੰਸਾਰ ਦੇ ਵਿੱਚ ਵਸਦਾ ਪਿਆ ਹੈ, ਕਣ ਕਣ ਦੇ ਵਿੱਚ ਉਹ ਮੌਜੂਦ ਹੈ, ਤੇ ਇਨਸਾਨ ਨੂੰ ਦੁਨੀਆ ਦਾ ਹਰ ਇੱਕ ਧਰਮ ਇਹੀ ਉਪਦੇਸ਼ ਦਿੰਦਾ ਹੈ ਕਿ ਭਲਿਆ ਜਿਹੜਾ ਪ੍ਰਮਾਤਮਾ ਹਰ ਇੱਕ ਜਰਰੇ ਦੇ ਵਿੱਚ ਵਸਦਾ ਪਿਆ ਏ, ਉਸ ਪ੍ਰਮਾਤਮਾ ਦੇ ਨਾਲ ਤੂੰ ਮਿਲਣਾ ਹੈ, ਤੂੰ ਉਹਨੂੰ ਪਾਉਣਾ ਹੈ। ਜਿਹੜੇ ਤਾਂ ਰੱਬ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਣ ਵਾਲੇ ਨੇ, ਉਹ ਇਸ ਗੱਲ ਨੂੰ ਪ੍ਰਵਾਨ ਕਰਦੇ ਨੇ, ਮੰਨਦੇ ਨੇ ਕਿ ਹਾਂ ਜਿਹੜਾ ਪ੍ਰਮਾਤਮਾ ਹਰ ਥਾਂ ਤੇ ਵਸਦਾ ਪਿਆ ਏ, ਉਹਦੇ ਨਾਲ ਮਿਲਾਪ ਹਾਸਲ ਕਰਨਾ ਹੀ ਸਾਡੀ ਜ਼ਿੰਦਗੀ ਦਾ ਪਰਪਸ ਹੈ। ਪਰ ਕੁਝ ਐਸੇ ਵੀ ਨੇ ਜਿਹੜੇ ਇਹ ਕਹਿੰਦੇ ਨੇ ਕਿ ਜੀ ਜਿਹੜਾ ਪ੍ਰਮਾਤਮਾ ਨਜ਼ਰ ਹੀ ਨਹੀਂ ਆਉਂਦਾ, ਉਸ ਪ੍ਰਮਾਤਮਾ ਨੂੰ ਪਾਇਆ ਕਿਵੇਂ ਜਾ ਸਕਦਾ ਹੈ? ਗੁਰੂ ਰਾਮਦਾਸ ਮਹਾਰਾਜ ਜੀ ਦਾ ਵਚਨ ਤੁਸੀਂ ਸਰਵਣ ਕੀਤਾ। ਸਤਿਗੁਰਾਂ ਨੇ ਉੱਥੇ ਕੁਐਸਚਨ ਵੀ ਲਗਾਇਆ ਹੋਇਆ ਹੈ ਤੇ ਨਾਲ ਜਵਾਬ ਵੀ ਦਿੰਦੇ ਨੇ। ਫਿਰ ਕੀ ਕਹਿ ਰਹੇ ਨੇ ਗੁਰੂ ਰਾਮਦਾਸ ਜੀ ਮਹਾਰਾਜ? ਸੋਰਠ ਕੀ ਵਾਰ ਦੇ ਵਿੱਚੋਂ ਵਚਨ ਹੈ ਜੀ। ਸਤਿਗੁਰੂ ਜੀ ਕਹਿੰਦੇ ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਬਿਦ ਪਾਈਐ। ਧਿਆਨ ਦਿਓ ਸਾਧ ਸੰਗਤ, ਪਰਮਾਤਮਾ ਹਰ ਇੱਕ ਵਸਤੂ ਦੇ ਵਿੱਚ, ਹਰ ਇੱਕ ਜੀਵ ਜੰਤੂ ਦੇ ਵਿੱਚ ਵਸਦਾ ਪਿਆ ਹੈ। ਉਹਦੇ ਨਾਲ ਮਿਲਾਪ ਹਾਸਲ ਕਰਨਾ ਸਾਡਾ ਫਰਜ਼ ਹੈ, ਜਾਂ ਸਾਡੀ ਜ਼ਿੰਦਗੀ ਦੀ ਉਹ ਮੰਜ਼ਿਲ ਹੈ, ਸਾਡਾ ਪਰਪਸ ਹੈ ਉਹਦੇ ਨਾਲ ਮਿਲਣਾ। ਤੇ ਉਹਨੂੰ ਮਿਲਣ ਵਾਸਤੇ ਕਿਹੜਾ ਤਰੀਕਾ ਅਪਣਾਇਆ ਜਾਏ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਹੋ ਕਿਤ ਬਿਦ ਪਾਈਐ, ਕਿਸ ਤਰੀਕੇ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ ਹੈ। ਕਿਉਂਕਿ ਤਿਸ ਰੂਪ ਨਾ ਰੇਖ ਅਦ੍ਰਿਸ਼ਟ। ਮੈਂ ਬੇਨਤੀ ਕੀਤੀ ਕਿ ਇਨਸਾਨ ਨੇ ਕੋਈ ਵਸਤੂ ਖਰੀਦਣੀ ਹੋਵੇ ਨਾ, ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਉਹ ਦੇਖਦਾ ਹੈ, ਉਹਨੂੰ ਪਰਖਦਾ ਹੈ। ਜਿਹੜੀ ਚੀਜ਼ ਉਸ ਨੂੰ ਨਜ਼ਰ ਨਹੀਂ ਆ ਰਹੀ, ਉਸ ਨੂੰ ਉਹ ਖਰੀਦਦਾ ਨਹੀਂ ਹੈ। ਉਹ ਜਿਹੜੀ ਵਸਤੂ ਨਜ਼ਰ ਨਹੀਂ ਆਉਂਦੀ ਪਈ, ਉਹਦੀ ਉਸ ਇਨਸਾਨ ਨੂੰ ਕਦੇ ਜ਼ਰੂਰਤ ਵੀ ਨਹੀਂ ਹੋਇਆ ਕਰਦੀ। ਤੇ ਜੇਕਰ ਕੋਈ ਦੁਕਾਨਦਾਰ ਤੁਹਾਨੂੰ ਕਹਿ ਵੀ ਦਏ ਕਿ ਭਾਈ ਮੇਰੇ ਕੋਲ ਇਹ ਚੀਜ਼ ਹੈ, ਮੈਂ ਤੁਹਾਨੂੰ ਦੇ ਸਕਦਾ, ਪਰ ਦਿਖਾਵੇ ਨਾ, ਤੁਸੀਂ ਉਹ ਖਰੀਦੋਗੇ ਵੀ ਨਹੀਂ। ਕਿਉਂਕਿ ਜਦੋਂ ਤੱਕ ਤੁਸੀਂ ਦੇਖੋਗੇ ਨਹੀਂ, ਤੁਹਾਨੂੰ ਵਿਸ਼ਵਾਸ ਨਹੀਂ ਹੋਏਗਾ, ਤੁਸੀਂ ਉਸ ਨੂੰ ਖਰੀਦ ਨਹੀਂ ਪਾਓਗੇ। ਦੇਖੋਗੇ ਤੇ ਖਰੀਦੋਗੇ, ਨਹੀਂ ਤੇ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਤੇ ਨਜ਼ਰ ਹੀ ਨਹੀਂ ਆਉਂਦਾ। ਫਿਰ ਇਨਸਾਨ ਜਿਹੜੇ ਕੁਝ ਐਸੇ ਨੇ ਜਿਹੜੇ ਸਵਾਲ ਕਰਦੇ ਨੇ ਨਾ ਕਿ ਜਿਹੜਾ ਪ੍ਰਮਾਤਮਾ ਨਜ਼ਰ ਹੀ ਨਹੀਂ ਆ ਰਿਹਾ, ਉਸ ਨੂੰ ਪਾਇਆ ਕਿਵੇਂ ਜਾ ਸਕਦਾ ਹੈ? ਤੇ ਉਸੇ ਹੀ ਕੁਐਸਚਨ ਨੂੰ ਇੱਥੇ ਗੁਰੂ ਰਾਮਦਾਸ ਮਹਾਰਾਜ ਹਾਈਲਾਈਟ ਕਰਦੇ ਪਏ ਨੇ। ਕਹਿੰਦੇ ਤਿਸ ਰੂਪ ਨਾ ਰੇਖ ਅਦ੍ਰਿਸ਼ਟ। ਪ੍ਰਮਾਤਮਾ ਦਾ ਕੋਈ ਰੂਪ ਨਹੀਂ ਹੈ, ਕੋਈ ਉਹਦਾ ਚਿੰਨ ਨਹੀਂ ਹੈ, ਕੋਈ ਉਹਦਾ ਸਾਈਨ ਨਹੀਂ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨੇ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਹ। ਹਾਂਜੀ, ਉਹਦਾ ਕੋਈ ਚੱਕਰ ਚਿਹਨ ਨਹੀਂ ਹੈ, ਕੋਈ ਰੂਪ ਨਹੀਂ ਹੈ। ਤੇ ਫਿਰ ਕਿਵੇਂ? ਸਤਿਗੁਰੂ ਜੀ ਕਹਿੰਦੇ ਅਦ੍ਰਿਸ਼ਟ। ਅਦ੍ਰਿਸ਼ਟ ਦਾ ਮਤਲਬ ਹੁੰਦਾ ਹੈ ਜਿਹੜਾ ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆ ਰਿਹਾ,
ਨਜ਼ਰ ਨਹੀਂ ਆ ਰਿਹਾ ਇਹਨਾਂ ਅੱਖਾਂ ਦੇ ਨਾਲ। ਤੇ ਹੁਣ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਜਿਹੜਾ ਸਾਡੀਆਂ ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਪਿਆ ਉਹ ਪ੍ਰਮਾਤਮਾ ਹੈ ਹੀ ਨਹੀਂ, ਇਹ ਨਹੀਂ ਕਿਹਾ ਜਾ ਸਕਦਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ। ਕਿਉਂ ਧਿਆਈਐ ਦਾ ਮਤਲਬ ਕਿਵੇਂ ਉਹਨੂੰ ਧਿਆਈਏ, ਕਿਵੇਂ ਯਾਦ ਕਰੀਏ ਜਿਹੜਾ ਨਜ਼ਰ ਹੀ ਨਹੀਂ ਆ ਰਿਹਾ, ਜਿਸ ਨੂੰ ਦੇਖਿਆ ਨਹੀਂ ਜਾ ਸਕਦਾ ਇਹਨਾਂ ਅੱਖਾਂ ਦੇ ਨਾਲ, ਫਿਰ ਉਸ ਨੂੰ ਯਾਦ ਕਿਵੇਂ ਕਰੀਏ। ਸਾਹਮਣੇ ਹੋਵੇ ਉਹਨੂੰ ਆਪਾਂ ਯਾਦ ਕਰਾਂਗੇ। ਐਗਜ਼ਾਮਪਲ ਆਪਾਂ ਛੋਟੀ ਜੀ ਲੈ ਲਈਏ, ਕਿਸੇ ਪਰਿਵਾਰ ਦੇ ਵਿੱਚੋਂ ਪਰਿਵਾਰ ਦਾ ਕੋਈ ਮੈਂਬਰ, ਚਾਹੇ ਕੋਈ ਬੇਟਾ ਕਹਿ ਲਓ, ਪੁੱਤਰ ਕਹਿ ਲਓ, ਪੜਨ ਵਾਸਤੇ ਵਿਦੇਸ਼ ਵਿੱਚ ਚਲਾ ਜਾਂਦਾ ਹੈ, ਵਿਛੋੜਾ ਪੈ ਗਿਆ ਜੀ। ਹੁਣ ਪਰਿਵਾਰ ਨੂੰ ਪਤਾ ਹੈ ਕਿ ਉਹ ਸਾਡੇ ਪਰਿਵਾਰ ਦਾ ਇੱਕ ਹਿੱਸਾ ਹੈ, ਉਸ ਵਿਛੋੜੇ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ। ਤੇ ਜਦੋਂ ਕਿਤੇ ਉਹ ਪੁੱਤਰ ਸਾਹਮਣੇ ਆਉਂਦਾ ਹੈ, ਉਹਦੀ ਆਪਾਂ ਤਸਵੀਰ ਦੇਖਦੇ ਹਾਂ, ਉਹਦੀ ਆਟੋਮੈਟਿਕਲੀ ਯਾਦ ਜਿਹੜੀ ਆ ਸਾਡੇ ਅੰਦਰ ਚੱਲਣੀ ਸ਼ੁਰੂ ਹੋ ਜਾਂਦੀ ਆ। ਪਾਸਟ ਦੇ ਵਿੱਚ ਜਿਹੜੀਆਂ ਯਾਦਾਂ ਉਹਦੇ ਨਾਲ ਬੀਤੀਆਂ, ਕੁਝ ਮੈਮੋਰੀਜ਼ ਜਿਹੜੀਆਂ ਨੇ ਉਹ ਸਾਡੇ ਅੰਦਰ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਦੇਖਦੇ ਆ ਨਾ, ਉਹਦੀ ਤਸਵੀਰ ਦੇਖੀ ਆ ਜਾਂ ਵੀਡੀਓ ਕਾਲ ਤੇ ਉਹਦੀ ਸ਼ਕਲ ਦੇਖੀ ਆ, ਚਿਹਰਾ ਦੇਖਿਆ ਹੈ, ਤੇ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਇਨਸਾਨ ਦੇ ਅੰਦਰ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਹੁਣ ਪ੍ਰਮਾਤਮਾ ਤੇ ਨਜ਼ਰ ਹੀ ਨਹੀਂ ਆਉਂਦਾ, ਫਿਰ ਉਹਨੂੰ ਕਿਵੇਂ ਧਿਆਇਆ ਜਾਵੇ, ਉਹਨੂੰ ਕਿਵੇਂ ਯਾਦ ਕੀਤਾ ਜਾਏ। ਤੇ ਸਤਿਗੁਰੂ ਜੀ ਕਹਿੰਦੇ ਭਲਿਓ ਇਹੀ ਉਸ ਮਾਲਕ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਉਹ ਨਜ਼ਰ ਤਾਂ ਨਹੀਂ ਆਉਂਦਾ ਪਰ ਵਸ ਜ਼ਰੂਰ ਰਿਹਾ ਹੈ ਪੂਰੇ ਸੰਸਾਰ ਦੇ ਵਿੱਚ, ਹਰ ਇੱਕ ਕਣ ਦੇ ਵਿੱਚ ਉਹ ਵਸਦਾ ਪਿਆ ਹੈ। ਤੇ ਜੇਕਰ ਉਹ ਮੈਨੂੰ ਨਜ਼ਰ ਨਹੀਂ ਨਾ ਆ ਰਿਹਾ ਤੇ ਇਹਦੇ ਵਿੱਚ ਮੈਂ ਇਹ ਨਹੀਂ ਕਹਿ ਸਕਦਾ ਕਿ ਪ੍ਰਮਾਤਮਾ ਨਹੀਂ ਹੈ। ਪ੍ਰਮਾਤਮਾ ਤਾਂ ਹੈ, ਮੌਜੂਦ ਹੈ। ਚਲੋ ਇੱਕ ਹੋਰ ਐਗਜ਼ਾਮਪਲ ਜਿਹੜੀ ਸਤਿਗੁਰਾਂ ਨੇ ਬਾਣੀ 'ਚ ਵੀ ਦਿੱਤੀ ਹੈ। ਹਰ ਇੱਕ ਘਰ ਦੇ ਵਿੱਚ ਦੁੱਧ ਜਿਹੜਾ ਹੈ ਨਾ ਉਹ ਯੂਜ਼ ਕੀਤਾ ਜਾਂਦਾ ਹੈ, ਤੇ ਤੁਹਾਨੂੰ ਪਤਾ ਹੈ ਦੁੱਧ ਤੋਂ ਕਈ ਹੋਰ ਪਦਾਰਥ ਵੀ ਬਣਾਏ ਜਾਂਦੇ ਨੇ। ਤੇ ਕੀ ਕਦੇ ਐਸਾ ਹੋਇਆ ਕਿ ਇਨਸਾਨ ਨੂੰ ਘਰ ਦੇ ਵਿੱਚ ਜ਼ਰੂਰਤ ਤਾਂ ਘਿਓ ਦੀ ਹੈ, ਪਰ ਉਹ ਘਿਓ ਦੀ ਜਗ੍ਹਾ ਤੇ ਦੁੱਧ ਨੂੰ ਪਾ ਦੇਵੇ? ਏਦਾਂ ਨਹੀਂ ਹੁੰਦਾ। ਇੰਨਾ ਇਨਸਾਨ ਨੂੰ ਪਤਾ ਹੈ ਕਿ ਦੁੱਧ ਦੇ ਵਿੱਚ ਘਿਓ ਹੈ, ਦੁੱਧ ਦੇ ਵਿੱਚ ਘਿਓ ਹੈ, ਨਜ਼ਰ ਨਹੀਂ ਆ ਰਿਹਾ। ਕਿਉਂ ਨਹੀਂ ਆ ਰਿਹਾ ਨਜ਼ਰ? ਕਿਉਂਕਿ ਜਦੋਂ ਤੱਕ ਦੁੱਧ ਨੂੰ ਰਿੜਕਿਆ ਨਹੀਂ ਜਾਏਗਾ, ਪਹਿਲਾਂ ਜਾਗ ਲੱਗੇਗੀ ਜੀ, ਦਹੀਂ ਬਣੇਗਾ, ਜਾਂ ਉੱਤੇ ਮਲਾਈ ਆਏਗੀ, ਉਬਾਲਾ ਦੇਵਾਂਗੇ, ਮਲਾਈ ਆਏਗੀ, ਮਲਾਈ ਉਤਾਰ ਕੇ ਉਹਨੂੰ ਥੋੜੀ ਜਾਗ ਲਗਾ ਕੇ ਰਿੜਕਿਆ ਜਾਏਗਾ, ਮੱਖਣ ਬਣੇਗਾ, ਮੱਖਣ ਨੂੰ ਗਰਮ ਕਰਾਂਗੇ, ਫਿਰ ਘਿਓ ਜਿਹੜਾ ਉਹ ਪ੍ਰਾਪਤ ਹੋਏਗਾ। ਤੇ ਇਹਦਾ ਮਤਲਬ ਕੀ ਹੈ ਕਿ ਦੁੱਧ ਦੇ ਵਿੱਚ ਘਿਓ ਸਮਾਇਆ ਹੋਇਆ ਹੈ ਪਰ ਨਜ਼ਰ ਨਹੀਂ ਆਉਂਦਾ। ਪਰ ਜਦੋਂ ਕੋਈ ਔਰਤ ਇਸ ਮੈਥਡ ਨੂੰ ਫੋਲੋ ਕਰਦੀ ਹੈ, ਦਹੀਂ ਬਣਾ ਕੇ ਉਹਨੂੰ ਰਿੜਕਣਾ ਸ਼ੁਰੂ ਕਰਦੀ ਹੈ, ਮੱਖਣ ਦੀ ਪ੍ਰਾਪਤੀ ਹੁੰਦੀ ਹੈ, ਫਿਰ ਘਿਓ ਜਿਹੜਾ ਹੈ ਗਰਮ ਕਰਨ ਤੋਂ ਬਾਅਦ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜੇ ਮੈਨੂੰ ਰੱਬ ਨਜ਼ਰ ਨਹੀਂ ਆ ਰਿਹਾ ਨਾ, ਤੇ ਫਿਰ ਮੈਨੂੰ ਕੁਝ ਐਫਰਟ ਜ਼ਰੂਰ ਕਰਨਾ ਪਏਗਾ। ਜਦੋਂ ਮੈਂ ਐਫਰਟ ਕਰਾਂਗਾ ਉਹ ਮੈਨੂੰ ਜ਼ਰੂਰ ਨਜ਼ਰ ਆਏਗਾ। ਗੁਰੂ ਨਾਨਕ ਸਾਹਿਬ ਦਾ ਬਚਨ ਧਿਆਨ ਚ ਰੱਖਿਓ, ਕੀ ਕਹਿ ਰਹੇ ਨੇ ਸਤਿਗੁਰੂ ਜੀ? ਕਹਿੰਦੇ ਰਾਰੈ, ਗੁਰਮੁਖੀ ਦਾ ਜਿਹੜਾ ਲੈਟਰ ਹੈ ਨਾ ਰਾਰਾ, ਉਹਦੇ ਥਰੂ ਉਪਦੇਸ਼ ਹੈ। ਰਾਰੈ ਰਵ ਰਹਿਆ ਸਭ ਅੰਤਰ। ਗੁਰੂ ਨਾਨਕ ਸਾਹਿਬ ਕਹਿੰਦੇ ਸਾਰਿਆਂ ਦੇ ਅੰਦਰ ਹਰ ਇੱਕ ਵਸਤੂ ਦੇ ਵਿੱਚ ਉਹ ਵਸਦਾ ਪਿਆ ਏ। ਜੇਤੇ ਕੀਏ ਜਨਤਾ, ਜਿੰਨੇ ਵੀ ਜੀਵ ਜੰਤੂ, ਜਿਤਨੀ ਵੀ ਬਨਸਪਤੀ, ਜੋ ਕੁਝ ਵੀ ਪ੍ਰਮਾਤਮਾ ਨੇ ਪੈਦਾ ਕੀਤਾ ਹੈ, ਹਰ ਇੱਕ ਪੈਦਾ ਕੀਤੀ ਹੋਈ ਵਸਤੂ ਦੇ ਵਿੱਚ ਉਹ ਵਸਦਾ ਪਿਆ ਹੈ। ਪਰ ਫਰਕ ਇੰਨਾ ਹੈ ਕਿ ਜਲ ਥਲ ਮਹੀਲ ਗੁਪਤੋ ਵਰਤ ਹੈ। ਹਰ ਇੱਕ ਵਸਤੂ ਦੇ ਵਿੱਚ ਮੌਜੂਦ ਹੈ ਪਰ ਗੁਪਤ ਹੈ, ਹਿਡਨ ਹੈ, ਨਜ਼ਰ ਨਹੀਂ ਆ ਰਿਹਾ। ਤੇ ਜੇ ਮੈਂ ਉਹਨੂੰ ਦੇਖਣਾ ਚਾਹੁੰਦਾ ਤੇ ਫਿਰ ਮੈਨੂੰ ਕੋਈ ਯਤਨ ਕਰਨਾ ਪਏਗਾ, ਕੁਝ ਕੋਸ਼ਿਸ਼ ਕਰਨੀ ਪਏਗੀ। ਤੇ ਜਦੋਂ ਮੈਂ ਕੋਸ਼ਿਸ਼ ਕਰਾਂਗਾ ਤੇ ਫਿਰ ਮੈਨੂੰ ਉਹ ਮਾਲਕ ਜ਼ਰੂਰ ਨਜ਼ਰ ਆਏਗਾ। ਤੇ ਕੋਸ਼ਿਸ਼ ਕੈਸੀ ਕਰਨੀ ਪਏਗੀ? ਸਤਿਗੁਰੂ ਜੀ ਕਹਿੰਦੇ ਕਿ ਤੈਨੂੰ ਕਰਨਾ ਕੀ ਪਏਗਾ? ਤੇ ਸਰੂਪ ਨ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ, ਨਿਰੰਕਾਰ ਨਿਰੰਜਨ ਹਰ ਅਗੰਮ। ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਅਗੰਮ ਹੈ, ਪਹੁੰਚ ਤੋਂ ਪਰੇ ਹੈ, ਤੇ ਫਿਰ ਕੀ ਕਰਾਂ ਉਹਨੂੰ ਪ੍ਰਾਪਤ ਕਰਨ ਵਾਸਤੇ? ਸਤਿਗੁਰੂ ਜੀ ਕਹਿੰਦੇ ਇੱਕੋ ਹੀ ਕੰਮ ਕਰ, ਕੀ ਕਿ ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਏ। ਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਗੁਰੂ ਦੀ ਹਜ਼ੂਰੀ ਦੇ ਵਿੱਚ ਆ ਜਾ। ਗੁਰੂ ਤੈਨੂੰ ਮੈਥਡ ਦੱਸੇਗਾ ਕਿ ਕਿਵੇਂ ਉਸ ਮਾਲਕ ਨੂੰ ਪਾਇਆ ਜਾ ਸਕਦਾ ਹੈ।
ਗੁਰੂ ਦੱਸੇਗਾ ਕਿ ਕਿਸ ਤਰ੍ਹਾਂ ਉਸ ਰੱਬ ਨੂੰ, ਜਿਹੜਾ ਰੱਬ ਹਰ ਇੱਕ ਵਸਤੂ ਦੇ ਵਿੱਚ ਵਸਦਾ ਪਿਆ ਹੈ, ਉਸ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਉਹ ਜਿਹੜਾ ਗੁਪਤ ਹੈ ਨਾ, ਉਸ ਗੁਪਤ ਪਰਮਾਤਮਾ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਗੁਰੂ ਤੈਨੂੰ ਦੱਸੇਗਾ। ਤੇ ਫਿਰ ਗੁਰੂ ਦੱਸਦਾ ਹੈ ਜੀ, ਕਿਤੇ ਕਬੀਰ ਸਾਹਿਬ ਦਾ ਬਚਨ ਪੜ੍ਹਿਓ। ਕਬੀਰ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਕੀ ਦੇਖਦਾ ਮੈਂ ਦੁਨੀਆ ਦੇ ਵਿੱਚ ਕਿ ਹਰ ਇੱਕ ਇਨਸਾਨ ਯਾਤਰਾਵਾਂ ਤੇ ਨਿਕਲਿਆ ਹੋਇਆ ਹੈ ਧਾਰਮਿਕ ਸਥਾਨਾਂ ਦੀ। ਤੇ ਉਹ ਜਿਹੜੀਆਂ ਯਾਤਰਾਵਾਂ ਨੇ ਉਹ ਕੀਤੀਆਂ ਕਾਹਦੇ ਵਾਸਤੇ ਜਾ ਰਹੀਆਂ ਨੇ? ਤਾਂ ਕਿ ਉਸ ਮਾਲਕ ਦੇ ਨਾਲ ਮਿਲਿਆ ਜਾ ਸਕੇ। ਪਰ ਕਬੀਰ ਸਾਹਿਬ ਕਹਿੰਦੇ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਨਸਾਨ ਰੱਬ ਨੂੰ ਤਾਂ ਪਾਉਣਾ ਚਾਹੁੰਦਾ ਹੈ, ਰੱਬ ਨੂੰ ਤਾਂ ਪਾਉਣਾ ਚਾਹੁੰਦਾ ਹੈ, ਪਰ ਇਸ ਨੂੰ ਇਹ ਨਹੀਂ ਪਤਾ ਕਿ ਉਹਨੇ ਮਿਲਣਾ ਕਿਵੇਂ ਹੈ। ਰੱਬ ਨੂੰ ਪਾਉਣਾ ਚਾਹੁੰਦਾ ਹੈ, ਪਰ ਇਨਸਾਨ ਨੂੰ ਪਤਾ ਨਹੀਂ ਕਿ ਉਹਨੇ ਮਿਲਣਾ ਕਿਵੇਂ ਹੈ। ਕਹਿੰਦੇ ਦੇਖੋ, ਇਸ ਇਨਸਾਨ ਦੇ ਅੰਦਰ ਨਾ ਮੈਲ ਭਰੀ ਪਈ ਹੈ, ਅੰਦਰ ਮੈਲ ਲੱਗੀ ਪਈ ਹੈ ਹਿਰਦੇ ਦੇ ਵਿੱਚ। ਤੇ ਜਦੋਂ ਤੱਕ ਉਸ ਮੈਲ ਨੂੰ ਦੂਰ ਨਹੀਂ ਕੀਤਾ ਜਾਏਗਾ, ਉਦੋਂ ਤੱਕ ਉਹ ਇਨਸਾਨ ਰੱਬ ਨੂੰ ਪਾ ਹੀ ਨਹੀਂ ਸਕਦਾ। ਕਬੀਰ ਸਾਹਿਬ ਦਾ ਵਚਨ ਹੈ ਜੀ, ਕਹਿੰਦੇ ਕਬੀਰ ਜਾ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ। ਜਿਸ ਇਨਸਾਨ ਦੇ ਹਿਰਦੇ ਦੇ ਵਿੱਚ ਸਵੱਛਤਾ ਨਹੀਂ ਹੈ, ਜਾਂ ਸ਼ਾਂਤੀ ਨਹੀਂ ਹੈ, ਜਾਂ ਸਾਫ਼ ਨਹੀਂ ਹੈ, ਕਬੀਰ ਸਾਹਿਬ ਕਹਿੰਦੇ ਉਹ ਇਨਸਾਨ ਕਦੇ ਵੀ ਰੱਬ ਨੂੰ ਪਾ ਨਹੀਂ ਸਕਦਾ। ਆ ਇੱਕ ਨੁਕਤਾ ਕਬੀਰ ਸਾਹਿਬ ਨੇ ਸਾਡੇ ਸਾਹਮਣੇ ਰੱਖ ਦਿੱਤਾ। ਜਦੋਂ ਗੁਰੂ ਰਾਮਦਾਸ ਕਹਿੰਦੇ ਨੇ ਨਾ ਕਿ ਤੂੰ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਤੈਨੂੰ ਉਸ ਘਟ ਘਟ ਮੈਂ ਹਰ ਜੂ ਬਸੈ ਵਾਲੇ ਪਰਮਾਤਮਾ ਦੇ ਨਾਲ ਮਿਲਾਏਗਾ, ਤੈਨੂੰ ਦਿਖਾਏਗਾ। ਤੇ ਉੱਥੇ ਇਹ ਨੁਕਤਾ ਕੰਮ ਆਏਗਾ, ਜਦੋਂ ਤੱਕ ਮੇਰੇ ਮਨ ਦੇ ਅੰਦਰ ਗੰਦਗੀ ਭਰੀ ਪਈ ਹੈ, ਮੈਲ ਭਰੀ ਪਈ ਹੈ, ਸਤਿਗੁਰੂ ਜੀ ਕਹਿੰਦੇ ਕਦੇ ਵੀ ਤੈਨੂੰ ਉਸ ਮਾਲਕ ਨੇ ਨਜ਼ਰ ਨਹੀਂ ਆਉਣਾ। ਇਦਾਂ ਹੀ ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਦੀਵਾਨ ਲੱਗਿਆ ਪਿਆ ਸੀ ਜੀ, ਸੰਗਤ ਆ ਰਹੀ ਸੀ ਦਰਸ਼ਨਾਂ ਵਾਸਤੇ। ਅੰਮ੍ਰਿਤਸਰ ਦੀ ਧਰਤੀ, ਰੋਹਤਾਸ ਦਾ ਰਹਿਣ ਵਾਲਾ ਇੱਕ ਸਿੱਖ, ਉਹਦਾ ਨਾਂ ਇਤਿਹਾਸ ਵਿੱਚ ਆਉਂਦਾ ਜੀ ਮੁਰਾਰੀ ਧੌਣ। ਉਹ ਰੋਹਤਾਸ ਤੋਂ ਚੱਲ ਕੇ ਆਇਆ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ। ਅੰਮ੍ਰਿਤਸਰ ਪਹੁੰਚਿਆ, ਗੁਰੂ ਹਜ਼ੂਰੀ ਦੇ ਵਿੱਚ ਪਹੁੰਚਿਆ, ਨਮਸਕਾਰ ਕੀਤੀ ਸਤਿਗੁਰਾਂ ਨੂੰ ਤੇ ਸੰਗਤ ਵਿੱਚ ਬੈਠ ਗਿਆ। ਕੀਰਤਨ ਹੋ ਰਿਹਾ ਸੀ। ਜਦੋਂ ਕੀਰਤਨ ਦੀ ਸਮਾਪਤੀ ਹੋਈ, ਸਮਾਪਤੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਉਪਦੇਸ਼ ਦਿੰਦੇ ਨੇ। ਜਦੋਂ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਬਾਅਦ ਵਿੱਚ ਜਿੰਨੇ ਵੀ ਸਿੱਖ ਆਏ ਹੋਏ ਸੀ ਸਾਰਿਆਂ ਨੇ ਆਪਣੇ ਆਪਣੇ ਸਵਾਲ, ਆਪਣੇ ਆਪਣੇ ਮਨ ਦੇ ਜਿਹੜੇ ਵਲਵਲੇ ਨੇ, ਸ਼ੰਕੇ ਨੇ, ਉਹ ਸਤਿਗੁਰਾਂ ਦੇ ਅੱਗੇ ਰੱਖੇ। ਹਰ ਕੋਈ ਆਪਣੇ ਮਨ ਦੀ ਭਾਵਨਾ ਨੂੰ ਸਤਿਗੁਰਾਂ ਦੇ ਸਾਹਮਣੇ ਪ੍ਰਗਟ ਕਰਦਾ ਪਿਆ ਹੈ। ਕੋਈ ਵੀ ਮਨ ਦੇ ਵਿੱਚ ਸਵਾਲ ਹੈ, ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੁੱਛਿਆ ਜਾ ਰਿਹਾ ਹੈ ਤੇ ਗੁਰੂ ਅਰਜਨ ਸਾਹਿਬ ਜੀ ਜਵਾਬ ਦਿੰਦੇ ਪਏ ਨੇ। ਤੇ ਇੱਥੇ ਹੁਣ ਭਾਈ ਮੁਰਾਰੀ ਧੌਣ ਜਿਹੜਾ ਨਾ, ਇਹ ਵੀ ਉੱਠਿਆ, ਹੱਥ ਜੋੜੇ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਾ। ਇਹਨੇ ਵੀ ਆਪਣਾ ਇੱਕ ਸਵਾਲ ਰੱਖਿਆ ਗੁਰੂ ਚਰਨਾਂ 'ਚ। ਧਿਆਨ ਦਿਓ ਸਾਧ ਸੰਗਤ, ਕਬੀਰ ਸਾਹਿਬ ਕਹਿੰਦੇ ਕਿ ਜਾ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ। ਹੁਣ ਭਾਈ ਮੁਰਾਰੀ ਜੀ ਦਾ ਸਵਾਲ ਕੀ ਹੈ? ਕਹਿਣ ਲੱਗਾ, ਮਾਲਕ ਜੀ, ਸਤਿਗੁਰੂ ਜੀ, ਬਾਣੀ ਪੜ੍ਹੀ ਦੀ ਹੈ, ਬਾਣੀ ਪੜ੍ਹਦਾ ਮੈਂ ਬਾਣੀ ਸੁਣਦਾ ਵੀ ਆ, ਤੇ ਜਿਤਨੀ ਕੁ ਹੋ ਪਾਉਂਦਾ ਹੈ ਨਾ ਉਨੀ ਕੁ ਮੈਂ ਬਾਣੀ ਦੀ ਵਿਚਾਰ ਵੀ ਕਰਦਾ, ਸਮਝਣ ਦੀ ਕੋਸ਼ਿਸ਼ ਵੀ ਕਰਦਾ। ਪਰ ਸਤਿਗੁਰੂ ਜੀ ਪਤਾ ਨਹੀਂ ਕਿਉਂ ਮਨ ਟਿਕਦਾ ਹੀ ਨਹੀਂ ਹੈ, ਮਨ ਟਿਕਾ ਦੇ ਵਿੱਚ ਨਹੀਂ ਆਉਂਦਾ, ਮਨ ਉਸ ਮਾਲਕ ਦੇ ਨਾਲ ਜੁੜਦਾ ਹੀ ਨਹੀਂ ਹੈ। ਪਤਾ ਨਹੀਂ ਕਿਉਂ, ਕਿਰਪਾ ਕਰਕੇ ਦੱਸੋ ਕੀ ਰੀਜ਼ਨ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਉੱਥੇ ਭਾਈ ਮੁਰਾਰੀ ਧੌਣ ਨੂੰ ਸਮਝਾਉਂਦੇ ਨੇ। ਕਹਿੰਦੇ ਭਲਿਆ, ਜੇਕਰ ਤੂੰ ਬਾਣੀ ਪੜ੍ਹ ਰਿਹਾ ਏ, ਬਾਣੀ ਸੁਣਦਾ ਪਿਆ ਏ, ਵਿਚਾਰਦਾ ਵੀ ਪਿਆ ਏ, ਫਿਰ ਵੀ ਮਨ ਨਹੀਂ ਟਿਕਦਾ ਪਿਆ, ਇਹਦਾ ਸਿੱਧਾ ਜਿਹਾ ਮਤਲਬ ਹੈ ਕਿ ਤੇਰੇ ਮਨ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਮੈਲ ਬੈਠੀ ਹੋਈ ਹੈ, ਕਿਤੇ ਨਾ ਕਿਤੇ ਮੈਲ ਅਜੇ ਵੀ ਬੈਠੀ ਹੋਈ ਹੈ, ਇਹਨੂੰ ਧੋਣਾ ਪਏਗਾ। ਹੁਣ ਅਗਲਾ ਸਵਾਲ ਸੀ ਉਹਦਾ, ਭਾਈ ਮੁਰਾਰੀ ਜੀ ਦਾ। ਕਹਿੰਦਾ, ਸਤਿਗੁਰੂ ਜੀ, ਮਨ ਦੇ ਬਾਰੇ ਜਿਤਨਾ ਕੁਝ ਸੁਣਿਆ ਹੈ ਉਹ ਇਹ ਹੈ ਕਿ ਮਨ ਤਾਂ ਬੜਾ ਸੂਖਮ ਹੈ, ਸੂਖਸ਼ਮ ਹੈ ਮਨ। ਮਨ ਪਾਰਟ ਆਫ ਬਾਡੀ ਨਹੀਂ ਹੈ, ਮਨ ਕੋਈ ਕੱਪੜਾ ਨਹੀਂ ਹੈ ਜਿਹਨੂੰ ਆਪਾਂ ਉਤਾਰ ਕੇ ਧੋ ਲਵਾਂਗੇ। ਮਨ ਕੋਈ ਸਰੀਰ ਦੇ ਅੰਦਰ ਐਸਾ ਬਾਡੀ ਪਾਰਟ ਨਹੀਂ ਹੈ ਜਿਹਨੂੰ ਆਪਾਂ ਕਿਸੇ ਡਾਕਟਰ ਦੇ ਕੋਲ ਜਾ ਕੇ ਕਲੀਨ ਕਰਵਾ ਲਵਾਂਗੇ। ਤੇ ਸਤਿਗੁਰੂ ਜੀ, ਫਿਰ ਉਹਨੂੰ ਧੋਤਾ ਕਿਵੇਂ ਜਾ ਸਕਦਾ ਹੈ, ਕਿਵੇਂ ਉਹਨੂੰ ਸਾਫ਼ ਕੀਤਾ ਜਾ ਸਕਦਾ ਹੈ? ਤੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਚਨ ਪੜ੍ਹ ਕੇ ਸੁਣਾਉਂਦੇ ਨੇ। ਕਹਿੰਦੇ ਇਹ ਤਰੀਕਾ ਹੈ, ਇਸ ਇੱਕ ਤਰੀਕੇ ਦੇ ਨਾਲ ਇਸ ਮਨ ਨੂੰ ਸਾਫ਼ ਕੀਤਾ ਜਾ ਸਕਦਾ, ਦੂਜਾ ਤਰੀਕਾ ਹੀ ਕੋਈ ਨਹੀਂ ਹੈ। ਸਤਿਗੁਰੂ ਜੀ ਕਿਹੜਾ ਹੈ?
ਪਾਤਸ਼ਾਹ ਜੀ ਨੇ ਫਿਰ ਉੱਥੇ ਸਮਝਾਇਆ, ਕਹਿਣ ਲੱਗੇ ਤੁਹਾਨੂੰ ਸਾਰਿਆਂ ਨੂੰ ਉਹ ਬਚਨ ਯਾਦ ਹੈ ਜੀ ਮੇਰੇ ਖਿਆਲ 'ਚ। ਜਪਜੀ ਸਾਹਿਬ ਦਾ ਬਚਨ ਹੈ ਉਹ। ਕੀ ਕਹਿੰਦੇ ਨੇ ਸਾਹਿਬ ਜੀ? ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ। ਜਦੋਂ ਇਹਦੀਆਂ ਉੱਪਰਲੀਆਂ ਪੰਕਤੀਆਂ ਆਪਾਂ ਪੜਾਂਗੇ ਨਾ, ਉੱਥੇ ਕੀ ਕਹਿੰਦੇ ਨੇ ਸਤਿਗੁਰੂ ਜੀ? ਕਹਿੰਦੇ ਜੇਕਰ ਇਨਸਾਨ ਦੇ ਕੱਪੜੇ ਗੰਦੇ ਹੋ ਗਏ ਨੇ, ਉਹਨੂੰ ਆਪਾਂ ਪਾਣੀ ਦੇ ਨਾਲ ਸਾਬਣ ਦੇ ਨਾਲ ਧੋਵਾਂਗੇ, ਸਾਫ਼ ਹੋ ਜਾਣਗੇ। ਪਰ ਮਨ ਜਿਹੜਾ ਹੈ ਉਹ ਨਾ ਤਾਂ ਕੋਈ ਕੱਪੜਾ ਹੈ ਤੇ ਨਾ ਪਾਰਟ ਆਫ ਬਾਡੀ ਹੈ, ਫਿਰ ਉਹਨੂੰ ਕਿਵੇਂ ਧੋਤਾ ਜਾਏ? ਸਤਿਗੁਰੂ ਜੀ ਕਹਿੰਦੇ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਮੈਂ ਕਹਿ ਰੰਗ। ਇਹੀ ਇੱਕ ਤਰੀਕਾ ਹੈ ਮਨ ਨੂੰ ਧੋਣ ਦਾ। ਇਸ ਇੱਕ ਤਰੀਕੇ ਦੇ ਨਾਲ ਹੀ ਮਨ ਧੋਤਾ ਜਾਏਗਾ। ਦੂਜਾ ਤਰੀਕਾ ਹੀ ਕੋਈ ਨਹੀਂ, ਮੈਥਡ ਹੀ ਕੋਈ ਨਹੀਂ ਹੈ। ਜਿਵੇਂ ਜਿਵੇਂ ਮਨ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਜਾਏਗਾ, ਇਹ ਸਾਫ਼ ਹੋਏਗਾ, ਇਹ ਕਲੀਨ ਹੋਏਗਾ। ਹੁਣ ਨਾਮ ਕਿਵੇਂ ਸਾਫ਼ ਕਰੇਗਾ ਇਸ ਮਨ ਨੂੰ? ਗੁਰੂ ਦਾ ਸ਼ਬਦ ਕਿਵੇਂ ਇਸ ਨੂੰ ਸਾਫ਼ ਕਰੇਗਾ? ਸਾਧ ਸੰਗਤ, ਕਿਤੇ ਜਦੋਂ ਘਰ ਦੇ ਵਿੱਚ ਆਪਾਂ ਆਟਾ ਗੁੰਨਦੇ ਨਾ ਪਰਾਤ ਦੇ ਵਿੱਚ, ਤੇ ਬੀਬੀਆਂ ਨੂੰ ਪਤਾ ਹੈ ਕਿ ਪਰਾਤ ਦੇ ਵਿੱਚ ਆਟਾ ਲੱਗਾ ਰਹਿ ਜਾਂਦਾ ਹੈ। ਉਸ ਪਰਾਤ ਨੂੰ ਤੁਸੀਂ ਸਾਫ਼ ਨਾ ਕਰੋ, ਧੋਵੋ ਨਾ, ਮਾਂਜੋ ਨਾ, ਕੁਝ ਸਮੇਂ ਵਾਸਤੇ ਉਹਨੂੰ ਉਦਾਂ ਹੀ ਪਈ ਰਹਿਣ ਦਿਓ। ਉਹ ਆਟਾ ਜਿਹੜਾ ਨਾ ਬੁਰੀ ਤਰ੍ਹਾਂ ਉਹਦੇ ਵਿੱਚ ਜੰਮ ਜਾਏਗਾ। ਹੁਣ ਜੇਕਰ ਤੁਸੀਂ ਉਹਨੂੰ ਆਪਣੇ ਹੱਥ ਦੇ ਨਾਲ ਉਤਾਰਨ ਦੀ ਕੋਸ਼ਿਸ਼ ਕਰੋਗੇ, ਨਹੀਂ ਉਤਰੇਗਾ। ਮਾਫ ਕਰਨਾ, ਕਈ ਬੀਬੀਆਂ ਦੇ ਨਾ ਨੇਲ ਕਾਫੀ ਲੰਬੇ ਹੁੰਦੇ ਨੇ, ਤੇ ਜੇ ਉਹ ਸੋਚੇਗੀ ਕਿ ਸ਼ਾਇਦ ਮੈਂ ਆਪਣੇ ਨਹੁੰ ਦੇ ਨਾਲ ਉਤਾਰ ਦੇਵਾਂ, ਨਹੁੰ ਟੁੱਟ ਜਾਏਗਾ ਪਰ ਆਟਾ ਨਹੀਂ ਉਤਰੇਗਾ। ਫਿਰ ਕੀ ਕੀਤਾ ਜਾਏ? ਸਿਆਣੇ ਕਹਿੰਦੇ ਬਾਰਿਸ਼ ਹੋ ਰਹੀ ਹੋਵੇ ਨਾ, ਮੀਂਹ ਪੈ ਰਿਹਾ ਹੋਵੇ, ਤੇ ਉਸ ਪਰਾਤ ਨੂੰ ਨਾ ਮੀਂਹ ਦੇ ਪਾਣੀ ਦੇ ਵਿੱਚ ਰੱਖ ਦਿਓ। ਜਦੋਂ ਉਹ ਪਰਾਤ ਪਾਣੀ ਦੇ ਨਾਲ, ਮੀਂਹ ਦੇ ਪਾਣੀ ਨਾਲ ਭਰ ਜਾਏਗੀ ਤੇ ਪਾਣੀ ਉੱਪਰੋਂ ਫਲੋ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਦੇਖੋਗੇ ਤੇ ਪਰਾਤ ਦੇ ਵਿੱਚ ਪਾਣੀ ਸਾਰਾ ਹੀ ਗੰਦਾ ਹੈ, ਸਾਰਾ ਹੀ ਗੰਦਾ ਹੈ। ਉਹ ਗੰਦਾ ਪਤਾ ਕਿਉਂ ਹੈ? ਉਹ ਜਿਹੜਾ ਆਟਾ ਵਿੱਚ ਜੰਮਿਆ ਹੋਇਆ ਸੀ ਨਾ, ਗੰਦਗੀ ਕਹਿ ਲਈਏ ਆਪਾਂ, ਉਹ ਸਾਰੀ ਹੁਣ ਮੈਲਟ ਹੁੰਦੀ ਪਈ ਹੈ। ਮੈਲਟ ਹੋ ਕੇ ਉਹ ਪਾਣੀ ਦੇ ਵਿੱਚ ਮਿਕਸ ਹੋ ਚੁੱਕੀ ਹੈ, ਇਸ ਕਰਕੇ ਸਾਰਾ ਪਾਣੀ ਗੰਦਾ ਹੈ। ਕੁਝ ਸਮੇਂ ਬਾਅਦ ਤੁਸੀਂ ਦੇਖਣਾ, ਉਹ ਪਾਣੀ ਜਿਹੜਾ ਉੱਪਰੋਂ ਫਲੋ ਹੁੰਦਾ ਪਿਆ ਸੀ ਨਾ, ਉਹਦੇ ਕਰਕੇ ਸਾਰੀ ਗੰਦਗੀ ਵਿੱਚੋਂ ਬਾਹਰ ਨਿਕਲ ਗਈ ਹੈ ਤੇ ਪਾਣੀ ਹੁਣ ਬਿਲਕੁਲ ਕਲੀਅਰ ਹੋ ਗਿਆ, ਸਾਫ਼ ਪਾਣੀ ਤੁਹਾਨੂੰ ਨਜ਼ਰ ਆਏਗਾ ਉਹਦੇ ਵਿੱਚ। ਪ੍ਰਮਾਤਮਾ ਦੇ ਨਾਮ ਨੇ ਇਹ ਕੰਮ ਕਰਨਾ ਹੈ, ਗੁਰੂ ਦੇ ਸ਼ਬਦ ਨੇ ਇਹ ਕੰਮ ਕਰਨਾ ਹੈ। ਜੇ ਮਨ ਮੇਰਾ ਨਹੀਂ ਟਿਕਦਾ ਪਿਆ, ਮੈਂ ਬਾਣੀ ਪੜ੍ਹ ਰਿਹਾ, ਤੇ ਇਹਦਾ ਸਿੱਧਾ ਜਿਹਾ ਮਤਲਬ ਪਤਾ ਕੀ ਹੈ? ਬਹੁਤਿਆਂ ਦਾ ਸਵਾਲ ਹੁੰਦਾ ਹੈ, ਜੀ ਗਿਆਨੀ ਜੀ ਮਨ ਨਹੀਂ ਟਿਕਦਾ, ਬਾਣੀ ਪੜ੍ਹਦਾ ਮਨ ਨਹੀਂ ਟਿਕਦਾ। ਪਤਾ ਕਿਉਂ ਨਹੀਂ ਟਿਕਦਾ? ਕਿਉਂਕਿ ਜਿਹੜੀ ਅੰਦਰਲੀ ਮੈਲ ਲੱਗੀ ਹੋਈ ਹੈ ਨਾ, ਉਹ ਮੈਲਟ ਹੁੰਦੀ ਪਈ ਹੈ, ਖੁਰਦੀ ਪਈ ਹੈ। ਹੌਲੀ ਹੌਲੀ ਉਹ ਮੈਲ ਬਾਹਰ ਨਿਕਲਣੀ ਹੈ, ਤੇ ਜਿਸ ਦਿਨ ਉਹ ਮੈਲ ਪੂਰੀ ਤਰ੍ਹਾਂ ਬਾਹਰ ਨਿਕਲ ਗਈ, ਮਨ ਬਿਲਕੁਲ ਸਾਫ਼ ਹੋ ਗਿਆ, ਉਸੇ ਦਿਨ ਤੁਹਾਡਾ ਮਨ ਟਿਕ ਜਾਣਾ ਹੈ। ਉਸੇ ਦਿਨ ਤੁਹਾਡਾ ਮਨ ਟਿਕ ਜਾਣਾ। ਤੇ ਜਿਸ ਦਿਨ ਮਨ ਟਿਕ ਗਿਆ, ਫਿਰ ਇਹ ਪੂਰਨ ਤੌਰ ਤੇ ਵਿਸ਼ਵਾਸ ਹੋ ਜਾਣਾ ਹੈ ਕਿ ਰਾਰੈ ਰਬ ਰਹਿਆ ਸਭ ਅੰਤਰ ਜੇਤੇ ਕੀਏ ਜੰਤਾ। ਫਿਰ ਸਵਾਲ ਨਹੀਂ ਹੋਏਗਾ, ਫਿਰ ਕੁਐਸਚਨ ਨਹੀਂ ਉੱਠੇਗਾ ਕਿ ਪ੍ਰਮਾਤਮਾ ਤੇ ਨਜ਼ਰ ਹੀ ਨਹੀਂ ਆਉਂਦਾ। ਫਿਰ ਇਹ ਮਹਿਸੂਸ ਹੋਏਗਾ ਕਿ ਪ੍ਰਮਾਤਮਾ ਹਰ ਥਾਂ ਤੇ ਹੈ। ਜਹ ਜਹ ਪੇਖੋਂ ਤਹ ਹਜ਼ੂਰ ਦੂਰ ਕਤੋਂ ਨਾ ਜਾਈ। ਕਰਨਾ ਕੀ ਪੈਣਾ ਹੈ? ਸਿਰਫ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੇ ਸ਼ਬਦ ਨਾਲ ਜੁੜਨਾ ਪੈਣਾ ਹੈ। ਗੁਰੂ ਰਾਮਦਾਸ ਜੀ ਨੇ ਤਰੀਕਾ ਦੱਸ ਦਿੱਤਾ ਹੈ ਜੀ, ਕਹਿੰਦੇ ਗੁਰ ਪੂਰਾ ਵੇਖਾਲਿਆ ਗੁਰ ਸੇਵਾ ਪਾਈ ਹੈ। ਜਿਹੜਾ ਪ੍ਰਮਾਤਮਾ ਨਜ਼ਰ ਨਹੀਂ ਨਾ ਆਉਂਦਾ, ਉਸ ਪ੍ਰਮਾਤਮਾ ਨੂੰ ਗੁਰੂ ਦਿਖਾ ਸਕਦਾ ਹੈ। ਗੁਰੂ ਦੇ ਪਾਸ ਇਹ ਸਮਰੱਥਾ ਹੈ ਕਿ ਉਹ ਨਾ ਨਜ਼ਰ ਆਉਣ ਵਾਲੇ ਪ੍ਰਮਾਤਮਾ ਨੂੰ ਵੀ ਦਿਖਾ ਸਕਦਾ ਹੈ, ਪਰ ਸ਼ਰਤ ਇੰਨੀ ਕੋ ਹੈ ਕਿ ਗੁਰੂ ਦੀ ਸ਼ਰਨ ਦੇ ਵਿੱਚ ਆਣ ਕੇ ਝੁਕਣਾ ਪਏਗਾ। ਗੁਰੂ ਦੇ ਦਰ ਤੇ ਆਣ ਕੇ ਅਰਜ਼ੋਈ ਕਰਨੀ ਪਏਗੀ, ਮਾਲਕ ਕਿਰਪਾ ਕਰ, ਮੈਂ ਉਸ ਮਾਲਕ ਨੂੰ ਮਿਲਣਾ ਚਾਹੁੰਦਾ ਜਿਸ ਬਾਰੇ ਸੁਣਿਆ ਕਿ ਉਹ ਅਦ੍ਰਿਸ਼ਟ ਹੈ। ਤੇ ਜਦੋਂ ਇਹ ਬੇਨਤੀ ਕਰ ਦਿੱਤੀ, ਫਿਰ ਗੁਰੂ ਕਿਰਪਾ ਕਰਕੇ ਤੁਹਾਨੂੰ ਉਸ ਮਾਲਕ ਦੇ ਨਾਲ ਜ਼ਰੂਰ ਮਿਲਾਏਗਾ। ਗੁਰੂ ਸਾਹਿਬ ਨੇ ਕਿਹਾ ਬਾਣੀ ਚ, ਕਹਿੰਦੇ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ। ਧਿਆਨ ਦਿਓ ਬਚਨਾਂ ਵੱਲ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਤੈਨੂੰ ਉਹ ਪ੍ਰਮਾਤਮਾ ਹਰ ਪਾਸੇ ਨਜ਼ਰ ਆਏਗਾ। ਤੇ ਜੇ ਐਗਜ਼ਾਮਪਲ ਲੈਣੀ ਹੋਵੇ ਤੇ ਮੇਰੇ ਖਿਆਲ ਇੱਕ ਸਿੱਖ ਦਾ ਨਾਮ ਹਰ ਇੱਕ ਸਿੱਖ ਦੇ ਅੰਦਰ ਪੂਰੀ ਤਰ੍ਹਾਂ ਵਸਿਆ ਪਿਆ ਹੈ ਜੀ। ਉਸ ਸਿੱਖ ਦਾ ਨਾਮ ਹੈ ਭਾਈ ਕਨ੍ਹਈਆ। ਸਾਰਿਆਂ ਨੂੰ ਪਤਾ ਹੈ ਭਾਈ ਕਨ੍ਹਈਏ ਬਾਰੇ ਮੋਸਟਲੀ।
ਕੋਈ ਵਿਰਲਾ ਹੀ ਹੋਏਗਾ ਜਿਸ ਨੂੰ ਭਾਈ ਕਨ੍ਹਈਏ ਬਾਰੇ ਨਾ ਪਤਾ ਹੋਵੇ, ਨਹੀਂ ਤੇ ਤਕਰੀਬਨ ਪੂਰੀ ਸਿੱਖ ਕੌਮ ਨੂੰ ਪਤਾ ਹੈ ਭਾਈ ਕਨ੍ਹਈਆ ਜੀ ਬਾਰੇ, ਕੌਣ ਸੀ, ਉਹਨਾਂ ਦਾ ਜੀਵਨ ਕੈਸਾ ਸੀ। ਜੇਕਰ ਉਹ ਪਾਣੀ ਪਿਲਾ ਰਹੇ ਨੇ, ਕੇਵਲ ਸਿੱਖਾਂ ਨੂੰ ਨਹੀਂ ਪਿਲਾਉਂਦੇ ਪਏ, ਉਹ ਮੈਦਾਨੇ ਜੰਗ ਦੇ ਵਿੱਚ ਪਏ ਹੋਏ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਨੇ। ਤੇ ਜੇ ਉਹਨਾਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ, ਸਤਿਗੁਰੂ ਜੀ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਨੇ, ਭਾਈ ਕਨ੍ਹਈਆ ਜੀ ਨੂੰ ਪੁੱਛਿਆ ਜਾਂਦਾ ਹੈ, ਭਾਈ ਕਨ੍ਹਈਆ ਜੀ ਪਾਣੀ ਪਿਲਾਉਂਦੇ ਹੋ ਦੁਸ਼ਮਣਾਂ ਨੂੰ? ਜਵਾਬ ਕੀ ਹੈ? ਸਤਿਗੁਰੂ ਜੀ ਪਤਾ ਨਹੀਂ, ਮੇਰੀ ਨਜ਼ਰ ਦੇ ਵਿੱਚ ਕੋਈ ਦੁਸ਼ਮਣ ਕੋਈ ਮਿੱਤਰ ਹੈ ਹੀ ਨਹੀਂ, ਮੈਨੂੰ ਤਾਂ ਹਰ ਇੱਕ ਦੇ ਅੰਦਰੋਂ ਤੁਹਾਡਾ ਰੂਪ ਨਜ਼ਰ ਆਉਂਦਾ ਹੈ। ਇਹਦਾ ਮਤਲਬ ਹੈ ਗੁਰੂ ਦੀ ਕਿਰਪਾ ਐਸੀ ਹੋਈ ਹੈ ਭਾਈ ਕਨ੍ਹਈਆ ਜੀ ਦੇ ਉੱਤੇ। ਤੁਹਾਨੂੰ ਪਤਾ ਹੈ ਭਾਈ ਕਨ੍ਹਈਆ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲੋਂ ਉਪਦੇਸ਼ ਲੈ ਕੇ ਸਿੱਖੀ ਕਮਾਈ ਭਾਈ ਕਨ੍ਹਈਆ ਜੀ ਨੇ, ਤੇ ਇਹ ਜੀਵਨ ਬਣਿਆ ਉਹਨਾਂ ਦਾ। ਤੇ ਸਾਧ ਸੰਗਤ, ਜੇ ਗੁਰੂ ਹਜ਼ੂਰੀ ਦੇ ਵਿੱਚ ਆਣ ਕੇ ਇਹ ਬੇਨਤੀ ਕਰੀਏ, ਮਾਲਕ ਜਿਹੜਾ ਰੱਬ ਨਜ਼ਰ ਨਹੀਂ ਆਉਂਦਾ, ਮੈਂ ਉਹਨੂੰ ਦੇਖਣਾ ਚਾਹੁੰਦਾ, ਮੈਂ ਉਹਨੂੰ ਮਿਲਣਾ ਚਾਹੁੰਦਾ, ਮੈਂ ਉਹਦੇ ਨਾਲ ਮੇਲ ਪ੍ਰਾਪਤ ਕਰਨਾ ਚਾਹੁੰਦਾ, ਤੇ ਜਦੋਂ ਇਹ ਬੇਨਤੀ ਮੈਂ ਕਰਾਂਗਾ ਨਾ ਗੁਰੂ ਚਰਨਾਂ 'ਚ, ਤੇ ਸਾਧ ਸੰਗਤ ਯਕੀਨ ਜਾਣਿਓ ਗੁਰੂ ਕਿਰਪਾ ਕਰਕੇ ਜ਼ਰੂਰ ਮਿਲਾਏਗਾ, ਬਿਨਾਂ ਸ਼ੱਕ ਮਿਲਾਏਗਾ। ਤੇ ਇਹ ਅਥਾਰਟੀ, ਇਹ ਸਮਰੱਥਾ ਕੇਵਲ ਗੁਰੂ ਦੇ ਪਾਸ ਹੈ। ਤੇ ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਅੱਜ ਦੇ ਪਾਵਨ ਬਚਨਾਂ 'ਚ ਸਮਝਾਉਂਦੇ ਪਏ ਨੇ। ਕਹਿੰਦੇ ਰਾਰੈ ਰਵ ਰਹਿਆ ਸਭ ਅੰਤਰ, ਜੇਤੇ ਕੀਏ ਜਨਤਾ। ਜਿੰਨੇ ਵੀ ਜੀਵ ਜੰਤੂ ਪੈਦਾ ਕੀਤੇ ਨੇ, ਸਾਰਿਆਂ ਦੇ ਅੰਦਰੋਂ ਵਸਦਾ ਪਿਆ ਹੈ। ਪਰ ਪ੍ਰੋਬਲਮ ਕਿੱਥੇ ਖੜੀ ਹੈ? ਕਹਿੰਦੇ ਜੰਤ ਉਪਾਏ ਧੰਦਾ ਸਭ ਲਾਏ। ਜਿੰਨੇ ਵੀ ਜੀਵ ਜੰਤੂ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਨਾ, ਜਿੱਥੇ ਜੀਵ ਜੰਤੂ ਪੈਦਾ ਕੀਤੇ ਨੇ ਉੱਥੇ ਮਾਇਆ ਵੀ ਪ੍ਰਮਾਤਮਾ ਨੇ ਪੈਦਾ ਕੀਤੀ ਹੈ। ਤੇ ਮਾਇਆ ਦੇ ਧੰਦਿਆਂ ਦੇ ਵਿੱਚ ਕਹਿੰਦੇ ਇਹਨਾਂ ਨੂੰ ਲਗਾ ਦਿੱਤਾ ਹੈ ਰੱਬ ਨੇ, ਪ੍ਰਮਾਤਮਾ ਨੇ ਆਪ ਹੀ। ਤੇ ਜਿਹੜੇ ਲੱਗ ਗਏ ਨੇ ਮਾਇਆ ਦੇ ਵਿੱਚ, ਉਹਨਾਂ ਦੇ ਅੰਦਰੋਂ ਫਿਰ ਇਹ ਸਵਾਲ ਨਿਕਲਦਾ ਹੈ ਕਿ ਰੱਬ ਨਜ਼ਰ ਨਹੀਂ ਆਉਂਦਾ। ਪਰ ਜਦੋਂ ਉਸ ਮਾਲਕ ਦੀ ਕਿਰਪਾ ਹੁੰਦੀ ਹੈ ਨਾ, ਕਰਮ ਹੋਵਾ, ਕਰਮ ਦਾ ਮਤਲਬ ਇੱਥੇ ਕੀਤੇ ਜਾਣ ਵਾਲੇ ਕੰਮ ਨਹੀਂ, ਕਰਮ ਦਾ ਮਤਲਬ ਹੈ ਇੱਥੇ ਉਸ ਮਾਲਕ ਦੀ ਕਿਰਪਾ। ਜਿਨ੍ਹਾਂ ਦੇ ਉੱਤੇ ਉਹਦੀ ਕਿਰਪਾ ਹੋ ਜਾਂਦੀ ਹੈ ਨਾ, ਕਰਮ ਹੋਵਾ ਤਿੰਨ ਨਾਮ ਲਿਆ, ਉਹ ਫਿਰ ਉਸ ਮਾਲਕ ਦੀ ਯਾਦ ਵਿੱਚ ਜੁੜਦੇ ਨੇ। ਤੇ ਜਿਹੜੇ ਉਹਦੀ ਯਾਦ ਵਿੱਚ ਜੁੜ ਗਏ, ਫਿਰ ਉਹਨਾਂ ਨੂੰ ਹਰ ਪਾਸੇ ਪ੍ਰਮਾਤਮਾ ਨਜ਼ਰ ਆਉਂਦਾ ਹੈ। ਫਿਰ ਉਹ ਕਹਿ ਉੱਠਦੇ ਨੇ, ਕੀ ਕਹਿੰਦੇ ਨੇ? ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਉਹ ਫਿਰ ਕਹਿ ਦਿੰਦੇ ਨੇ, ਕਹਿੰਦੇ ਜਿਉਂ ਪਸਰੀ ਸੂਰਜ ਕਿਰਨ ਜੋਤ, ਤਿਉਂ ਘਟ ਘਟ ਰਮਈਆ ਓਤ ਪੋਤ। ਉਹ ਫਿਰ ਕਹਿੰਦੇ ਨੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਕਹਿੰਦੇ ਫਿਰ ਮੈਂ ਜਿੱਧਰ ਵੀ ਦੇਖਦਾ ਮੈਨੂੰ ਉਹ ਮਾਲਕ ਨਜ਼ਰ ਆਉਂਦਾ। ਫਿਰ ਉਹ ਮਹਿਸੂਸ ਕਰਦੇ ਨੇ, ਕੀ ਮਹਿਸੂਸ ਕਰਦੇ ਨੇ? ਕਹਿੰਦੇ ਸੰਗ ਸਹਾਈ ਜਹ ਹੋਂ ਜਾਈ, ਤੂੰ ਸਾਚਾ ਸਿਰਜਣਹਾਰ ਜੀ। ਇਹ ਮਾਲਕ ਜਿੱਥੇ ਮੈਂ ਜਾਣਾ ਤੂੰ ਮੇਰੇ ਨਾਲ ਹੀ ਹੈ। ਉਹ ਫਿਰ ਇਹ ਮਹਿਸੂਸ ਕਰਦੇ ਨੇ ਕਿ ਮਾਲਕ ਜੀ ਗੁਰ ਮੇਰਾ ਸੰਗ ਸਦਾ ਹੈ ਨਾਲੇ। ਇਹ ਸਤਿਗੁਰੂ ਹੈ ਪ੍ਰਮਾਤਮਾ, ਤੂੰ ਮੇਰੇ ਸਦਾ ਹੀ ਨਾਲ ਹੈ। ਇਹ ਕੌਣ ਮਹਿਸੂਸ ਕਰਦਾ ਹੈ? ਜਿਨ੍ਹਾਂ ਦੇ ਉੱਤੇ ਕਰਮ ਹੋਵਾ ਤਿੰਨ ਨਾਮ ਲਿਆ, ਉਸ ਮਾਲਕ ਦੀ ਕਿਰਪਾ ਹੋਈ, ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਉਸ ਮਾਲਕ ਦੀ ਬੰਦਗੀ ਦੇ ਵਿੱਚ ਜੋੜ ਦਿੱਤਾ, ਫਿਰ ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਹਰ ਪਾਸੇ ਹਰ ਇੱਕ ਇਨਸਾਨ ਦੇ ਅੰਦਰੋਂ ਉਸ ਮਾਲਕ ਨੂੰ ਮਹਿਸੂਸ ਉਹ ਕਰਨਾ ਸ਼ੁਰੂ ਕਰ ਦਿੰਦੇ ਨੇ ਜੀ। ਕੋਈ ਮਿੱਤਰ, ਕੋਈ ਦੁਸ਼ਮਣ, ਕੋਈ ਆਪਣਾ, ਕੋਈ ਬੇਗਾਨਾ ਰਹਿ ਹੀ ਨਹੀਂ ਜਾਂਦਾ। ਇੱਕ ਗੁਰੂ ਅਰਜਨ ਸਾਹਿਬ ਦਾ ਬਚਨ ਯਾਦ ਰੱਖਿਓ ਸਾਧ ਸੰਗਤ, ਜਿਸ ਦੇ ਵੀ ਅੰਦਰ ਉਸ ਮਾਲਕ ਨੂੰ ਪਾਉਣ ਦੀ ਇੱਛਾ ਹੈ ਨਾ, ਉਹ ਇਹ ਗੁਰੂ ਅਰਜਨ ਸਾਹਿਬ ਦਾ ਬਚਨ ਜ਼ਰੂਰ ਯਾਦ ਰੱਖੇ। ਕੀ ਕਹਿੰਦੇ ਨੇ ਗੁਰੂ ਅਰਜਨ ਸਾਹਿਬ? ਕਹਿੰਦੇ ਜੋ ਲਓ ਭਾਉ ਅਭਾਉ ਇਹ ਮਾਨੈ, ਤਉ ਲਓ ਮਿਲਣ ਦੁਰਾਈ। ਮੈਂ ਬਾਣੀ ਵੀ ਪੜ੍ਹਦਾ ਪਿਆ, ਮੈਂ ਅੰਮ੍ਰਿਤ ਵੇਲੇ ਜਾ ਕੇ ਸਿਮਰਨ ਵੀ ਕਰਦਾ ਪਿਆ, ਬੰਦਗੀ ਵੀ ਕਰਦਾ ਪਿਆ, ਮੈਂ ਚੰਗੇ ਕਰਮ ਵੀ ਕਰ ਰਿਹਾ, ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਜੇ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਦੇ ਨਾਲ ਮਿੱਤਰਤਾ, ਕਿਸੇ ਦੇ ਨਾਲ ਵੈਰ ਭਾਵਨਾ ਬੈਠੀ ਹੋਈ ਹੈ ਨਾ ਮੇਰੇ ਅੰਦਰ, ਕੋਈ ਮੇਰਾ ਆਪਣਾ, ਕੋਈ ਬੇਗਾਨਾ, ਜਦੋਂ ਤੱਕ ਇਹ ਡੁਐਲਿਟੀ ਮੇਰੇ ਅੰਦਰ ਬੈਠੀ ਹੋਈ ਹੈ ਨਾ, ਕਿਸੇ ਨੂੰ ਮੈਂ ਆਪਣਾ ਸਮਝਦਾ, ਕਿਸੇ ਨੂੰ ਬੇਗਾਨਾ ਸਮਝਦਾ, ਕਿਸੇ ਦੇ ਨਾਲ ਮੈਂ ਬੜਾ ਖੁਸ਼ ਹੋ ਕੇ ਮਿਲਦਾ, ਕਿਸੇ ਨੂੰ ਮੈਂ ਦੇਖਣਾ ਹੀ ਨਹੀਂ ਚਾਹੁੰਦਾ, ਕਿਸੇ ਨੂੰ ਮੈਂ ਕਹਿ ਦੇਣਾ ਖਬਰਦਾਰ ਜੇ ਮੇਰੀ ਅੱਖਾਂ ਦੇ ਸਾਹਮਣੇ ਆਇਆ। ਜੇ ਇਸ ਤਰ੍ਹਾਂ ਦੀ ਮੇਰੇ ਅੰਦਰ ਭਾਵਨਾ ਬੈਠੀ ਹੋਈ ਹੈ ਨਾ, ਤੇ ਸਾਧ ਸੰਗਤ ਮੈਨੂੰ ਮੁਆਫ ਕਰਨਾ, ਰੱਬ ਨਹੀਂ ਜੇ ਮਿਲ ਸਕਦਾ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਜਾਓ ਲਓ ਭਾਉ ਅਭਾਉ। ਭਾਉ ਦਾ ਮਤਲਬ ਹੁੰਦਾ ਪਿਆਰ, ਤੇ ਅਭਾਉ ਦਾ ਮਤਲਬ ਹੈ ਪਿਆਰ ਦਾ ਆਪੋਜ਼ਿਟ। ਜਿੱਥੇ ਪਿਆਰ ਨਹੀਂ, ਦੁਸ਼ਮਣੀ ਕਹਿ ਲਈਏ, ਵੈਰ ਭਾਵਨਾ ਕਹਿ ਲਈਏ,
ਜਾਓ ਲਓ ਭਾਓ ਅਭਾਓ ਇਹ ਮਨ ਹੈ, ਤਉ ਲਓ ਉਦੋਂ ਤੱਕ ਮਿਲਣ, ਰੱਬ ਦੇ ਨਾਲ ਮਿਲਣਾ ਦੁਰਾਈ ਦੂਰ ਦੀ ਗੱਲ ਹੈ, ਕਹਿੰਦੇ ਨਹੀਂ ਮਿਲਾਪ ਹੋ ਸਕਦਾ। ਤੇ ਜੇ ਮਿਲਣਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਇਹ ਭਾਵਨਾ ਆਪਣੇ ਅੰਦਰੋਂ ਖਤਮ ਕਰਨੀ ਪਏਗੀ ਤੇ ਖਤਮ ਹੋਏਗੀ। ਇਹਨੂੰ ਹੀ ਤਾਂ ਮੈਲ ਕਿਹਾ ਹੈ ਗੁਰੂ ਸਾਹਿਬ ਨੇ ਬਾਣੀ 'ਚ। ਇਹੀ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਮੁਰਾਰੀ ਧੌਣ ਨੂੰ ਸਮਝਾਉਂਦੇ ਪਏ ਨੇ ਕਿ ਮੈਲ ਬੈਠੀ ਅੰਦਰ, ਇਹ ਗੁਰੂ ਦੀ ਕਿਰਪਾ ਦੇ ਨਾਲ ਦੂਰ ਹੋਣੀ ਹੈ। ਗੁਰੂ ਇਹਨੂੰ ਦੂਰ ਕਰੇਗਾ ਤੇ ਜਦੋਂ ਇਹ ਅੰਦਰੋਂ ਦੂਰ ਹੋ ਗਈ ਫਿਰ ਹਰ ਪਾਸੇ ਪਰਮਾਤਮਾ ਨਜ਼ਰ ਆਏਗਾ। ਹਰ ਇੱਕ ਵਸਤੂ, ਭਾਵੇਂ ਉਹ ਜੀਵ ਜੰਤੂ ਹੈ, ਚਾਹੇ ਨੈਚੁਰਲ ਸੋਰਸਸ ਨੇ, ਕਿਸੇ ਹਿਲ ਸਟੇਸ਼ਨ ਤੇ ਜਾਓਗੇ ਰੱਬ ਤੁਹਾਨੂੰ ਮਹਿਸੂਸ ਹੋਏਗਾ, ਉੱਥੇ ਵੀ ਕੋਈ ਪਸ਼ੂ ਪੰਛੀ ਦੇਖਦੇ ਹੋ ਉਹਦੇ ਅੰਦਰੋਂ ਰੱਬ ਮਹਿਸੂਸ ਹੋਏਗਾ, ਹਰ ਪਾਸੇ ਰੱਬ ਮਹਿਸੂਸ ਹੋਏਗਾ। ਉਦੋਂ ਜਦੋਂ ਅੰਦਰ ਕਲੀਅਰ ਹੋ ਗਿਆ ਗੁਰੂ ਦੀ ਕਿਰਪਾ ਦੇ ਨਾਲ ਤੇ ਉਸ ਮਾਲਕ ਦੀ ਯਾਦ ਵਿੱਚ ਜੁੜ ਗਏ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਸਾਡੀ ਜ਼ਿੰਦਗੀ ਦਾ ਕਿਤੇ ਹਿੱਸਾ ਬਣ ਜਾਵੇ, ਅਸੀਂ ਵੀ ਉਸ ਮਾਲਕ ਦੀ ਯਾਦ ਵਿੱਚ ਜੁੜ ਕੇ ਉਸ ਰੱਬ ਨੂੰ ਪਹਿਚਾਣ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।